ਵੀ ਸੁਰਤੀ ਸ਼ਾਸਤਰ ਇੱਕ ਤੋਂ ਚੱਲਦੀ ਹੈ ਭਵਿੱਖ ਬਾਣੀ, ਜਗਤ ਬਾਣੀ, ਸੰਤ ਬਾਣੀ, ਧਰਮ ਬਾਣੀ ਤੇ ਤਤਵ ਗਿਆਨ ਵੇਦਾਂਤ ਬਾਣੀ। ਇਹ ਸਾਰੀਆਂ ਬਾਣੀਆਂ ਨਿਆਰੀਆਂ ਨਿਆਰੀਆਂ ਹਨ। ਤਤਵ ਗਿਆਨ ਹੈ ਜਿਸ ਨੂੰ ਕਿਹਾ, ਉਹ ਸੰਤ ਬਾਣੀ ਹੈ ਜਿਹੜੇ ਤਤਵ ਗਿਆਨ ਦਾ ਪ੍ਰਤੀਪਾਦਨ ਕਰਦੀ ਹੈ। ਇਦੋਂ ਥੱਲੇ ਸਾਰੀਆਂ ਬਾਣੀਆਂ ਬੈਖਰੀ ਪਰਾ ਜਿਵੇਂ ਆਉਂਦੇ ਆ ਕਿਹਾ ਹੋਇਆ। ਆਪਾਂ ਇਸ ਗੱਲ ਨੂੰ ਵਿਚਾਰਨਾ ਵੀ ਅਸੀਂ ਜਿੱਥੇ ਵੀ ਲੋਕਾਂ ਨੇ ਕੋਈ ਸਥਾਨ ਬਣਾਇਆ, ਗੁਰਦੁਆਰਾ ਹੈ, ਪੰਜਾਬ 'ਚ ਗੁਰਦੁਆਰੇ ਦੀ ਮਹਿਮਾ, ਕਿਸੇ ਹੋਰ ਸੂਬੇ ਦੇਸ਼ ਅੱਡੋ ਅੱਡੀ ਕਿਸੇ 'ਚ ਮੰਦਰ ਦੀ ਮਹਿਮਾ, ਕਿਸੇ 'ਚ ਕਾਸੇ ਦੀ ਮਹਿਮਾ। ਤਾਂ ਇਹਦੇ ਨਾਲ ਅਸੀਂ ਇਹ ਵੇਖਣਾ ਵੀ ਇਹ ਜਿਹੜੇ ਸਥਾਨ ਹੈ ਇਹ ਸਾਰੇ ਬੈਖਰੀ ਬਾਣੀ ਜਿਹੜੀ ਬੋਲੀ ਹੋਈ ਹੈ ਇਸ ਨੂੰ ਮੰਨਦੇ ਆ। ਬੈਖਰੀ ਬਾਣੀ ਦਾ ਲਿਖਤ ਗ੍ਰੰਥਾਂ 'ਚ ਆ ਤੈਨੂੰ ਮੈਂ ਲਿਖਿਆ ਵਿਖਾਉਣਾ, ਆ ਤੈਨੂੰ ਲਿਖਿਆ ਵਿਖਾਉਣਾ। ਇਹ ਤਾਂ ਤੁਸੀਂ ਵੇਖੋ ਵੀ ਜਿਹੜਾ ਲਿਖਿਆ ਕੋਈ ਹਿਰਨ ਗਰਭ ਨੇ, ਇਹ ਵਿਰਾਟ ਦੇ ਵਿੱਚੋਂ ਇਹ ਵਿਅਸ਼ਟੀ ਬੰਦੇ ਹੋਏ ਆ, ਇਹਨਾਂ ਨੇ ਬੋਲਿਆ ਤੇ ਇਹੀ ਲਿਖਦੇ ਰਹੇ ਆ। ਤੇ ਇਹ ਜਿਹੜੇ ਫਿਰਦੇ ਆ ਭਟਕੇ, ਇਹਨਾਂ ਲਈ ਲਿਖਿਆ। ਇਹ ਗੱਲ ਹੋ ਗਈ ਵੀ ਆਓ ਲਿਖਿਆ ਵਿਖਾਉਣਾ ਹੈ, ਆਓ ਲਿਖਿਆ ਵਿਖਾ ਦੇਣਾ ਤੈਨੂੰ ਫਲਾਣੇ ਥਾਂ ਲਿਖਿਆ। ਇਹ ਕੋਈ ਵਿਆਹ ਦਾ ਨਿਆਉਂਦਾ ਨਹੀਂ ਲਿਖਿਆ ਵੀ ਲਿਖਿਆ ਵਿਖਾਉਣਾ 21 ਪਾਈ ਹੈ। ਉਹ 21-31 ਦਾ ਸਵਾਲ ਨਹੀਂਗਾ ਇਹ। ਦੂਜੀ ਬਾਤ ਰਹੇਗੀ ਵੀ ਸਾਰੇ ਹੀ ਲਿਖਿਆ ਵਾਲੇ ਇਹ ਕਹਿੰਦੇ ਆ ਕਿ ਪ੍ਰਮਾਤਮਾ ਦੀ ਗੱਲ ਕਰਦੇ ਆ। ਯਾਰ ਪ੍ਰਮਾਤਮਾ ਦੇ ਗੁਰਦੁਆਰਾ, ਮੰਦਰ, ਧਰਮਸ਼ਾਲਾ ਹੋਰ ਜਿੰਨੇ ਵੀ ਆਸ਼ਰਮ ਬਥੇਰੇ ਬਣੇ ਆ, ਇਹ ਸਾਰੇ ਜਿਹੜੇ ਗੱਲ ਹੈ ਪ੍ਰਮਾਤਮਾ ਦੀ ਕਰਦੇ ਆ। ਵੀ ਤੁਸੀਂ ਪਰਮਾਤਮਾ ਦੀ ਗੱਲ ਕਰਦੇ ਆ। ਜਿਵੇਂ ਕੋਈ ਕਹੇ ਵੇਖੋ ਦੇਸ਼ ਆਪਣੇ ਭਾਰਤ ਦਾ ਪ੍ਰਧਾਨ ਮੰਤਰੀ ਮੋਦੀ ਹੈ, ਜੇ ਕੋਈ ਵਿਹਾਰਕ ਬਾਤ ਹੈ ਮੋਦੀ ਤੋਂ ਪਹਿਲਾਂ ਕਿਤਨੇ ਮਹਿਕਮੇ ਕਿਤਨੇ ਬੈਠੇ ਆ ਗੱਲਬਾਤ ਉਸ ਵਿਸ਼ੇ ਤੇ ਕਰਨ ਵਾਲੇ। ਇਹਨਾਂ ਦੇ ਅਧਿਕਾਰ ਤੋਂ ਅੱਗੇ ਆ ਤਾਂ ਉਹ ਕਹਿਣਾ ਪਊਗਾ ਵੀ ਜੀ ਮੋਦੀ ਸਾਹਿਬ ਨੂੰ ਮਿਲ ਸਕਦੇ। ਜੈਸੇ ਭਾਰਤ ਦੇਸ਼ ਦੇ ਵਿੱਚ ਮੰਤਰੀਆਂ ਚੋਂ ਮੋਦੀ ਸਾਹਿਬ ਵੱਡਾ ਹੈ, ਇੱਥੇ ਸਮਸ਼ਟੀ ਦੁਨੀਆ ਦੇ ਵਿੱਚੋਂ ਪਰਮਾਤਮਾ ਵੱਡਾ ਹੈ। ਤੇ ਜਦੋਂ ਤੁਸੀਂ ਥੱਲੇ ਵਾਲੇ ਕਿਸੇ ਅਫਸਰ ਨੂੰ, ਕਿਸੇ ਬਾਬੂ ਨੂੰ, ਕਿਸੇ ਵੀ ਸੇਵਾਦਾਰ ਤੋਂ ਲੈ ਕੇ ਤਾਂ ਤੁਸੀਂ ਕਿਸੇ ਨੂੰ ਜਾਣਦੇ ਮਿਲਦੇ ਨਹੀਂ। ਤੇ ਜੇ ਤੁਸੀਂ ਆਖੋ ਜੀ ਵੀ ਮੈਂ ਮੋਦੀ ਸਾਹਿਬ ਨੂੰ ਮਿਲ ਕੇ ਆਇਆ, ਵੀ ਮੋਦੀ ਸਾਹਿਬ ਨੂੰ ਜੀ ਕਾਸ ਲਈ ਮਿਲਣ ਗਿਆ ਸਾਂ, ਤਾਂ
ਅੰਤ ਨੂੰ ਕਹੇਗਾ ਜੀ ਮੇਰਾ ਰਾਸ਼ਨ ਕਾਰਡ ਚੋਂ ਨਾਂ ਕੱਟਤਾ। ਵੀ ਜਿਹੜਾ ਰਾਸ਼ਨ ਕਾਰਡ ਚੋਂ ਨਾਂ ਕੱਟਤਾ ਮੋਦੀ ਸਾਹਿਬ ਨੂੰ ਮਿਲਣ ਗਿਆ, ਤੂੰ ਸਾਰੇ ਝੂਠ ਬੋਲਦਾ। ਤੋ ਜਿਹੜੇ ਲੋਕ ਇਹ ਗੁਰਦੁਆਰਿਆਂ ਮੰਦਰਾਂ ਚ ਆਸ਼ਰਮਾਂ ਚ ਪਰਮਾਤਮਾ ਦੀਆਂ ਗੱਲਾਂ ਕਰਦੇ, ਸਭ ਝੂਠ ਬੋਲਦੇ। ਤੇ ਥੱਲੇ ਵਾਲਿਆਂ ਨੂੰ ਨਹੀਂ ਜਦੋਂ ਤੁਸੀਂ ਜਾਣਦੇ। ਇਹ ਪਰਮਾਤਮਾ ਦਾ ਜਾਣਨਾ, ਪਰਮਾਤਮਾ ਨੂੰ ਪਹਿਚਾਨਣਾ ਕਿਹਦੇ ਅਧਿਕਾਰ ਚ ਹੈ ਇਹ ਵੀ ਪਤਾ। ਉਹ ਰਾਸ਼ਨ ਕਾਰਡ ਵਾਲ ਦੇ ਨਾਂ ਵਾਲਾ ਮੋਦੀ ਸਾਹਿਬ ਨੂੰ ਨਹੀਂ ਮਿਲ ਸਕਦਾ, ਨਾ ਉਹਦੇ ਅਧਿਕਾਰ ਚ ਹੈ। ਤੇ ਇਹ ਜਿੰਨੇ ਧਰਮੀ ਹੈ, ਨਾ ਤਾਂ ਇਹ ਜਗਤ ਦੀ ਰੂਪ ਰੇਖਾ ਨੂੰ ਜਾਣਦੇ ਆ, ਨਾ ਇਹ ਚਾਰ ਖਾਣੀ ਦੇ ਜਗਤ ਦੀ ਰੂਪ ਰੇਖਾ ਨੂੰ ਜਾਣਦੇ ਆ ਕਿ ਉਤਪੁਜ ਦਾ ਕੀ ਸਰੂਪ ਹੈ। ਸਵੇਤਜ ਅੰਡਜ ਜੇਰਜ ਦਾ ਨਿਆਰਾ ਕੀ ਸਰੂਪ ਹੈ। ਜਾਗਰਤ ਕਿਸ ਦੇ ਪ੍ਰਭਾਵ ਸੇ ਹੈ, ਸੋਪਨ ਕਿਸ ਦੇ ਪ੍ਰਭਾਵ ਸੇ ਕਿਸ ਦੀ ਬੌਲਤਾ ਹੈ। ਜਾਗਰਤ ਚ ਕਿਸ ਦੀ ਬੌਲਤਾ ਹੈ। ਨਿੰਦਰਾ में किस किस चीज का भाव है, किस किस चीज का अभाव है। ये सारिया चीजां जान लियां तां इथों अगे है जिहड़ा परमात्मा सता रह जाती। हाँ हुण तूं ओहदी गल कर सकदा भी सारियां नूं। ਇਹ ਜਿੰਨੇ ਇੱਥੇ ਇਹਨਾਂ ਸਥਾਨਾਂ ਤੋਂ ਜਦੋਂ ਥੱਲੇ ਨਹੀਂ ਜਾਣਦੇ, ਇਹ ਲੋਕਾਂ ਦੀ ਭਾਵਨਾ ਹੈ ਵੀ ਨਾ ਤਾਂ ਮੈਂ 5ਵੀਂ ਜਮਾਤ ਪਾਸ ਕੀਤੀ ਹੈ, ਅੱਗੇ 6ਵੀਂ 7ਵੀਂ 8ਵੀਂ 10ਵੀਂ ਚੱਲਦੀ ਹੈ, ਤੇ ਜੇ ਮੇਰਾ ਖਿਆਲ ਹੈ ਵੀ ਸਿੱਧਾ BA ਦਾ ਪੇਪਰ ਦੇਣ ਦਾ, ਇਮਤਿਹਾਨ ਦੇਣ ਦਾ ਇਰਾਦਾ ਹੈ, ਤਾਂ ਤੂੰ ਖਿਆਲੀ ਪਲਾਓ ਪਕਾਉਣਾ ਹੈ। 5ਵੀਂ ਤੂੰ ਪਾਸ ਨਹੀਂ, 8ਵੀਂ ਤੂੰ ਪਾਸ ਨਹੀਂ, 10ਵੀਂ ਤੂੰ ਨਹੀਂ ਪੜ੍ਹੀ, ਤੇ ਸਿੱਧਾ BA ਦਾ ਪੇਪਰ ਦੇਣਾ। ਉਹ ਜਾਗਰਤ ਦਾ ਤੁਹਾਨੂੰ ਪਤਾ ਨਹੀਂ, ਸੁਪਨ ਦਾ ਤੁਹਾਨੂੰ ਪਤਾ ਨਹੀਂ, ਪ੍ਰਾਣਾਪਾਨ ਦਾ ਤੁਹਾਨੂੰ ਪਤਾ ਨਹੀਂ, ਤਾਂ ਇੱਥੋਂ ਆ ਗਿਆ ਹੈ ਕਿ ਦੋਸ਼ਾਂ ਦਾ ਤੁਹਾਨੂੰ ਪਤਾ ਨਹੀਂਗਾ, ਤੇ ਸਿੱਧੀ BA ਦੇ ਪੇਪਰ ਦੇਣ ਲੱਗੇ ਜੀ ਭਾਜੀ ਪਰਮਾਤਮਾ ਦੇ ਦਰਸ਼ਨ ਕਰਨ ਜਾਂਦੇ। ਤੁਹਾਨੂੰ ਟੋਕਿਆ ਨਹੀਂ ਕਿਸੇ ਨੇ। ਟੋਕਿਆ ਹੁੰਦਾ ਤਾਂ ਕਿਸੇ ਦੇ ਪੱਲੇ ਕੁਛ ਪਿਆ ਨਾ ਹੁੰਦਾ। ਇਹ ਹੈ ਉਹ ਰੱਬ ਦੀਆਂ ਗੱਲਾਂ ਮਤ ਕਰੋ ਜਿਹੜੀਆਂ ਤੁਹਾਨੂੰ ਬੰਧਨ ਹੈ, ਇਹਨਾਂ ਦੀਆਂ ਗੱਲਾਂ ਕਰੋ। ਬੰਧਨਾਂ ਤੋਂ ਕਿਵੇਂ ਨਿਕਲੇਗਾ? ਬੰਧਨਾਂ ਤੋਂ ਤਾਂ ਹੀ ਨਿਕਲ ਸਕਦਾ ਹੈ ਜੇ ਕਿ ਬੰਧਨ ਦੇ ਰੂਪ ਦਾ ਪਤਾ ਹੈ। ਤੋ ਐਸ ਕਰਕੇ ਜਿੱਥੇ ਵੀ ਜਾਓ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੀ ਗੱਲ ਕਰਦੇ ਆ, ਥੱਲੇ ਕਿਸੇ ਨੂੰ ਨਹੀਂ ਜਾਣਦੇ। ਇਹ ਹੈਗਾ ਯਾਰ ਕਿਉਂ ਝੂਠ ਮੇ ਆਪਣੀ ਜੀਵਨ ਫਸਾਇਆ। ਥੱਲੇ ਤੋਂ ਸ਼ੁਰੂ ਕਰੋ, ਆਹਿਸਤਾ ਆਹਿਸਤਾ ਜਾਂਦੇ ਜਾਂਦੇ ਜਾਓ। ਪਰਮਾਤਮਾ ਦਾ ਜੀ ਦਰਸ਼ਨ ਹੈ। ਪਰਮਾਤਮਾ ਤੁਸੀਂ ਕਹਿੰਦੇ ਕਿਹਨੂੰ ਆ ਇਹ ਪਹਿਲਾਂ। ਅੱਛਾ ਜੀਵ ਦਾ ਪਤਾ ਹੈ, ਜੀਵ ਦਾ ਕੀ ਸਰੂਪ ਹੈ? ਮੈਂ ਤਾਂ ਜੀ ਨਿਮਾਣਾ ਜੀਵ ਹੈ। ਉਹ ਨਿਮਾਣਾ ਤਾਂ ਕਿਹਨੂੰ ਆ ਨਾ? ਇਹ ਆਵਾਜ਼ ਆਉਂਦੀ ਹੈ ਜਿਹੜੀ ਆਵਾਜ਼ ਹੈ ਨਿਮਾਣੀ। ਫਿਰ ਜੀਵ ਦਾ ਕੀ ਸਰੂਪ ਹੈ? ਇਹ ਸਾਨੂੰ ਜਿਸ ਸਥਾਨ ਤੇ ਬੈਠੇ ਆ
ਇਹਦੀ ਖੋਜ ਢੂੰਡ ਪੜਤਾਲ ਕਰਨੀ ਚਾਹੀਦੀ ਹੈ। ਉਹ ਲੋਕਾਂ ਦੇ ਘਰਾਂ ਦੀਆਂ ਤਲਾਸ਼ੀਆਂ ਲੈਣ ਦਾ ਕੋਈ ਹੱਕ ਨਹੀਂ। ਪਹਿਲਾਂ ਆਪਣੀ ਪੜਚਾਲ। ਜਿਸ ਦੇਹ ਦੇ ਅੰਤਰਗਤ ਤੂੰ ਤਦਾਤਮ ਹੋਇਆ ਬੈਠਾ, ਇਹਦੇ ਬਾਰੇ ਤੈਨੂੰ ਪਤਾ? ਜਾਗਰਤ ਕਾਲ ਮੇ, ਇਹ ਪਿੰਡਰਾਂ ਵਾਲਿਆਂ ਦੀ ਪੋਥੀ ਚ ਉਹਨਾਂ ਨੇ ਵੀ ਲਿਖਿਆ, ਜਿਵੇਂ 14 ਤਿਰਕੁਟੀਆਂ ਦਾ ਭਾਵ ਸਫੁਰਨ ਹੁੰਦਾ ਹੈ ਤੇ ਜਾਗਰਤ ਅਵਸਥਾ ਹੁੰਦੀ ਹੈ 14 ਤਿਰਕੁਟੀਆਂ, 42 ਭਾਵ ਦਾ ਸਫੁਰਨ ਤੇ 42 ਭਾਵ ਦਾ ਨਿਰਣਾ ਹੋਣਾ ਵੀ ਨਹੀਂ ਦਿੱਤਾ। ਲਿਖਤਾ ਦਿੱਤਾ ਵੀ ਵਾਕਿਆ, ਕਿਉਂਕਿ ਸ਼ਾਸਤਰਾਂ ਚੋਂ ਪੜ੍ਹੀ ਆ ਬਾਤ। ਉਹ 42 ਭਾਰ ਕੀ ਹੈ? ਇੱਕ ਇੱਕ ਤਿਰਕੁਟੀ ਦਾ ਇਹ ਕਿਵੇਂ ਤਿੰਨਾਂ ਦੀ ਪੂਰਤੀ ਹੁੰਦੀ ਹੈ? ਇਹ ਹੋਏਗਾ ਯਾਰ ਪਰਮਾਤਮਾ ਤੋਂ ਕੀ ਲੈਣਾ ਹੈ? ਤੂੰ ਜਿੱਥੇ ਰਹਿਣਾ ਹੈ ਇਹਦੀ ਹੀ ਖੋਜ ਪੜਤਾਲ ਕਰ, ਤਾਂ ਦੂਜੀ ਸਟੇਜ ਤਾਂ ਤੇਰੀ ਅਜੇ ਸੁਪਨ ਹੈ, ਤੀਜੀ ਸਟੇਜ ਨਿੰਦਰਾ। ਇਹ ਤਿੰਨਾਂ ਦਾ ਤੈਨੂੰ ਵਿਗਿਆਨ ਹੋ ਗਿਆ ਕਿ ਨਹੀਂ? ਤਾਂ ਇਹ ਹੈ ਵੀ ਜੀਵ ਦਾ ਸਰੂਪ ਵੇਖ ਪਹਿਲਾਂ। ਜੀਵ ਦਾ ਸਰੂਪ ਵੇਦ ਕਹਿੰਦਾ ਅਤੀ ਆਨੰਦ, ਤੇ ਇੱਕ ਪਾਸੇ ਵੇਦ ਕਹਿੰਦਾ ਕਿ ਜੀਵ ਹੈ ਜਿਹੜਾ ਇਹਦਾ ਸਰੂਪ ਮਿੱਥਿਆ, ਗਮਨ ਆਗਮਨ ਸੋ ਕਰੇ। ਜਿਹੜਾ ਗਮਨ ਆਗਮਨ ਕਰਦਾ ਹੈ ਇਹਦਾ ਸਰੂਪ ਕੀ ਹੈ? ਕਿ ਜਿਹੜਾ ਜੀਵ ਦਾ ਵਾਸਤਵਿਕ ਸਰੂਪ ਹੈ, ਨਾ ਕहीं ਆਉਂਦਾ ਹੈ ਨਾ ਕहीं ਜਾਂਦਾ ਹੈ, ਇਹਦਾ ਕੀ ਸਰੂਪ ਹੈ? ਬਾਣੀ ਦੇ ਪੜ ਕੇ ਜ਼ਿੰਦਗੀ ਖਪਾ ਲਈ। ਇਹ ਨਹੀਂ ਵੇਖਿਆ ਬਾਣੀ ਨੇ ਕਿਹਾ ਸੀ ਕਿ ਨਾ ਕੋ ਆਏ ਬੋ ਨਾ ਕੋ ਜਾਏ ਬੋ, ਰਾਮ ਕੀ ਦੁਹਾਈ। ਅਸੀਂ ਰਾਮ ਦੀ ਕਸਮ ਖਾ ਕੇ ਕਹਿੰਨੇ ਕੋਈ ਜਨਮ ਧਾਰ ਕੇ ਆਉਂਦਾ ਨਹੀਂ ਔਰ ਕੋਈ ਮਰ ਕੇ ਜਾਂਦਾ ਨਹੀਂ। ਐਡੀ ਵੱਡੀ ਫਿਲਾਸਫੀ ਬਾਣੀ ਦੀ ਖੋਜੀ ਹੈ ਕਿ ਨਹੀਂ? ਕਿਉਂ ਨਹੀਂ ਮਰ ਕੇ ਜਾਂਦਾ ਤੇ ਕਿਉਂ ਜਨਮ ਕੇ ਨਹੀਂ ਆਉਂਦਾ? ਤਾਂ ਇਹ ਵੀ ਕੋਈ ਪੜਤਾਲ ਕਰਨੀ ਪਏਗੀ ਵੀ ਹਾਂ ਜੀ ਬਾਣੀ ਨੇ ਕਹਿਤਾ ਨਾ ਕੋਈ ਜਨਮਦਾ ਨਾ ਕੋਈ ਮਰਦਾ, ਤੇ ਤੂੰ ਕਿਵੇਂ ਬੈਠਾ ਇੱਥੇ ਕੁਰਸੀਆਂ ਤੇ? ਜੇ ਤੂੰ ਜੰਮਿਆ ਕਿ ਨਹੀਂ? ਐਂ ਫੇਰ ਜੰਮੇਗਾ। ਹੁਣ ਤੇਰੀਆਂ ਕਿਹਨੇ ਮਿਹਨਤਾਂ ਕੀਤੀਆਂ ਸੀ ਵੀ ਜਨਮ ਲੈ ਲਾ ਯਾਰ, ਹਰੀ ਸਿਆ ਫਲਾਨਾ ਰਵੀ ਜੀ ਜਨਮ ਲੈ ਲਾ। ਕਿਵੇਂ ਬੈਠਾ ਐਂ ਫੇਰ ਹੋ ਜਾਏਗਾ। ਜੀ ਬਾਣੀ ਤਾਂ ਕਹਿੰਦੀ ਨਾ ਕਿ ਜਨਮ ਹੈ ਨਾ ਕਿਛ ਮਰਾ। ਬਾਣੀ ਦੀਆਂ ਗੱਲਾਂ ਸੁਣਾਉਣਾ, ਆਪਣੀ ਸੁਣਾ। ਇੱਥੋਂ ਹੋਏਗਾ ਵੀ ਸਾਨੂੰ ਕੁਛ ਕਰਨਾ ਵਿਚਾਰਨਾ ਪੈਂਦਾ। ਤੇ ਬਾਤ ਇਹ ਹੈ ਕਿ ਜਨਤਾ ਜ਼ਿਆਦੇ ਹੈ, ਜਿਹੜੀ ਜ਼ਿਆਦੇ ਜਨਤਾ ਅੰਧ ਵਿਸ਼ਵਾਸ ਨੇ ਹੈ। ਅੰਧ ਵਿਸ਼ਵਾਸ ਕਿਵੇਂ? ਕਿ ਜਿਹੜੇ ਅਨਪੜ੍ਹ ਲੋਕ ਇਹ ਬੱਸ ਅੱਡਿਆਂ ਤੇ ਖੜੇ ਹੈ ਤੇ ਇੱਕ ਦੂਜੇ ਨੂੰ ਪੁੱਛਦੇ ਆ ਬਈ ਮਲੋਟ ਨੂੰ ਆ ਬੱਸ ਜਾਊ ਭਾਈ? ਅੱਛਾ। ਦੂਜੇ ਨੂੰ ਭਾਈ ਆ ਬੱਸ ਕਿੱਧਰ ਨੂੰ ਜਾਊ? ਉਹ ਜਿਹਨੇ ਕਿਸੇ ਨੇ ਆਖਤਾ ਜੀ ਇਹ ਤਾਂ ਜਲਾਲਾਬਾਦ ਨੂੰ ਜਾਊਗੀ, ਤੇ ਮਾਈ ਭਾਈ ਅਨਪੜ੍ਹ ਤੇ ਉਹਦੇ ਤੇ ਚੜ ਗਏ। ਤੇ ਜਦੋਂ ਬਾਈਪਾਸ ਤੋਂ ਇੱਧਰ ਨੂੰ ਕੋਟਕਪੂਰਾ ਨੂੰ ਨਿਕਲ ਗਈ ਤਾਂ ਖੜੀ ਬਾਈ ਖੜੀ ਆਈ ਵੀ ਕੀ ਕਰੇ? ਅਨਪੜ੍ਹ ਹੈ, ਭੁਲੇਖਾ ਪੈ ਗਏ। ਇਹਨਾਂ ਨੇ ਕਹਿਤਾ ਉਹ ਚੜ ਗਏ। ਤੇ ਜਿਹੜਾ ਪੜ੍ਹਿਆ ਲਿਖਿਆ ਉਹ ਵੀ ਉਸੇ ਬੱਸ ਅੱਡੇ ਤੇ ਕਹਿੰਦਾ ਬਈ ਆ ਕਿੱਧਰ ਨੂੰ ਜਾਊ? ਤਾਂ ਯਾਰ ਤੂੰ ਵੀ ਇਉਂ ਹੀ ਪੁੱਛ ਕੇ ਚੜਦਾ ਹੈ, ਤਾਂ ਤੂੰ ਆਪਣੀ ਪੜ੍ਹਾਈ ਕਦੇ ਲਈ ਕੀਤੀ ਹੈ?
ਜਿਵੇਂ ਗੁਰਬਾਣੀ ਦੇ ਕਹੇ ਨੂੰ ਅੱਖਰਾਂ ਨੂੰ ਜੱਫਾ ਅਨਪੜ੍ਹਾਂ ਨੇ ਪਾਇਆ, ਇਦੋਂ ਵੱਡਾ ਜੱਫਾ ਪੜ੍ਹਿਆਂ ਲਿਖਿਆਂ ਨੇ ਪਾਇਆ। ਠੀਕ ਹੈ ਜੀ। ਵੀ ਤੁਹਾਡੀ ਵਿਚਾਰ ਤੁਸੀਂ ਕਿਉਂ ਐਂ ਜੱਫਾ ਪਾਇਆ? ਵੀ ਠੀਕ ਹੈ, ਅਸੀਂ ਪੜ੍ਹੇ ਆਂ, ਕੁਝ ਖੋਜਾਂਗੇ, ਵਿਚਾਰਾਂਗੇ ਵੀ ਐਂ ਉਤਰਦੀ ਹੈ ਬਾਣੀ। ਮੈਂ ਖੋਜ ਕੇ ਵੇਖ ਲਈ ਤਾਂ ਤੇਰਾ ਦਿੱਤਤਾ ਹੋ ਗਈ। ਤੇ ਜਿਹੜੇ ਅਨਪੜ੍ਹ ਆ ਉਹਨਾਂ ਦਾ ਤਾਂ ਜੱਫਾ ਪਾਤਾ ਜਿਵੇਂ ਪਏ ਆ। ਜਦੋਂ ਕੋਈ ਝੂਠ ਬੋਲਦੇ ਨਾ ਵੀ ਫਲਾਣੇ ਥਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ, ਤੇ ਜਿਹੜਿਆਂ ਦੇ ਊੜਾ ਆੜਾ ਇੱਕ ਪੌੜੀ ਵੀ ਨਹੀਂ ਜਾਣਦੇ, ਉਹ ਸੋਟਾ ਪਹਿਲਾਂ ਚੱਕਣਗੇ ਮਾਰਨ ਲਈ ਵੀ ਪਾੜ ਦਿਓ ਸਿਰ ਕਿਹਨੇ ਕੀਤੀ। ਕਿਉਂ? ਉਹ ਆਪਣਾ ਵਿਵੇਕ ਨਹੀਂਗਾ। ਜੇ ਪੜ੍ਹਿਆ ਲਿਖਿਆ ਵੀ ਇਉਂ ਹੀ ਕਰਦੇ ਆ ਤਾਂ ਗੁਰੂਆਂ ਨੇ ਪੜ੍ਹੇ ਨੂੰ ਕੀ ਕਿਹਾ? ਗੁਰੂ ਕਹਿੰਦੇ ਪੜ੍ਹਿਆ ਮੂਰਖ ਆਖੀਐ। ਇਹ ਪੜ੍ਹੇ ਨੂੰ ਮੂਰਖ ਬਾਣੀ ਤਾਂ ਆਦੀ ਇਹ ਕਹੋ, ਪੜਿਆ ਮੂਰਖ ਆਖੀਐ ਜਿਤ ਲੱਭ ਲੋਭ ਅਹੰਕਾਰ। ਤਾਂ ਪੜ੍ਹੇ ਲਿਖੇ ਦਾ ਕੁਛ ਮਹਾਤਮ ਹੈ। ਤਾਂ ਇਹ ਵੇਖਣਾ, ਤੁਸੀਂ ਵਿਚਾਰ ਕੇ ਵੇਖ ਲਓ ਵੀ ਕਿਸੇ ਵੀ ਪੜ੍ਹੇ ਲਿਖੇ ਨਾਲ ਗੱਲ ਕਰ ਲਓ। ਜਿਹੜੇ ਅਨਪੜ੍ਹ ਜਿਵੇਂ ਚਿੰਬੜੇ ਆ ਗੱਲਾਂ ਸੁਣ ਕੇ ਇਹਨਾਂ ਦੀਆਂ ਪ੍ਰਚਾਰਕਾਂ ਦੀਆਂ, ਢਾਡੀਆਂ ਦੀਆਂ, ਉਤਲਿਆਂ ਦੀਆਂ, ਇਹ ਅਨਪੜ੍ਹਾਂ ਨੇ ਤਾਂ ਕਿਹੜਾ ਜਾਣਦੇ, ਉਹਨਾਂ ਦੀਆਂ ਗੱਲਾਂ ਸੁਣ ਕੇ ਭਾਵਕ ਹੋ ਗਏ। ਤੇ ਪੜ੍ਹੇ ਲਿਖੇ ਉਦੋਂ ਜ਼ਿਆਦੇ ਭਾਵਕ ਆ। ਕਿਹੜਾ ਪੜ੍ਹਿਆ ਲਿਖਿਆ ਜਿਹਨੇ ਵਿਵੇਕ ਕੀਤਾ? ਇਹ ਪੜ੍ਹੇ ਲਿਖੇ ਹੈ। ਅਨਪੜ੍ਹ ਤਾਂ ਮਗਰ ਲੱਗਣਗੇ, ਤੁਸੀਂ ਤਾਂ ਵਿਵੇਕ ਕਰੋ। ਸੈਂਕੜੇ ਪੜ੍ਹੇ ਲਿਖੇ ਵਿਖਾ ਦਿੰਨਾ, ਜਿਹੜੇ ਅਨਪੜ੍ਹਾਂ ਨਾਲੋਂ ਕੱਟੜਾ ਹੋਏ ਭਲਿਓ। ਤੁਸੀਂ ਪੜ੍ਹ ਲਿਖ ਕੇ ਤੁਸੀਂ ਕੀ ਖੋਜਿਆ? ਇਹ ਖੋਜਿਆ ਵੀ ਅਨਪੜ੍ਹਾਂ ਵਾਲੇ ਪੜ੍ਹਿਆਂ ਦੇ ਲੱਛਣ ਹੋ ਗਏ ਤਾਂ ਫਿਰ ਫਰਕ ਤਾਂ ਕੋਈ ਨਾ ਰਿਹਾ। ਇਸ ਵਾਸਤੇ ਪੜ੍ਹਿਆਂ ਲਿਖਿਆਂ ਨੂੰ ਹੁਣ ਇਹ ਵਿਚਾਰ ਹੈ, ਉਹ ਪੜ੍ਹਿਓ ਲਿਖਿਓ ਇਹ ਬਤਾਓ ਕਿ ਪ੍ਰਾਣ ਅਪਾਨ ਜਿਹੜੀਆਂ ਦੋ ਬਾਜੂਆਂ ਹੈ, ਇਹ ਬੰਦ ਹੋ ਜਾਣੇ ਸੇ ਜੀਵ ਰਹਿੰਦਾ ਕਿ ਨਹੀਂ ਰਹਿੰਦਾ? ਤਾਂ ਇਹਦਾ ਮਾਨਾ ਸੈਂਕੜੇ ਪੜ੍ਹੇ ਲਿਖੇ, ਨਾ ਪ੍ਰਾਣ ਦਾ ਪਤਾ ਨਾ ਅਪਾਨ ਦਾ। ਪ੍ਰਾਣ ਵਾਯੂ ਉੱਪਰ ਜਾਂਦੀ ਹੈ, ਅਪਾਨ ਵਾਯੂ ਨੀਚੇ ਜਾਂਦੀ ਹੈ। ਦਰਖਤ ਦੇ ਵੀ ਜੀਵ ਹੈ। ਜਿਸ ਦਰਖਤ ਦੇ ਬੀਜ ਦੀ ਗਿਰੀ ਤੁਸੀਂ ਧਰਤੀ 'ਚ ਦੱਬਦੇ ਆ, ਉਹਦੀ ਅਪਾਨ ਵਾਯੂ ਦੇ ਹਿਸਾਬ ਨਾਲ ਉਹਦੀ ਜੜ ਧਰਤੀ 'ਚ ਜਾਂਦੀ ਹੈ ਤੇ ਉਹਦਾ ਓਂਕਾਰ ਤਾਂ ਆਉਂਦਾ ਹੈ। ਇਸੇ ਤਰ੍ਹਾਂ ਇਸ ਜੀਵ ਦੀ ਪ੍ਰਾਣ ਵਾਯੂ ਉੱਪਰ ਜਾਂਦੀ ਹੈ, ਅਪਾਨ ਵਾਯੂ ਨੀਚੇ ਜਾਂਦੀ ਹੈ। ਉਸ ਬਿਰਛ ਦੀ ਜੜ ਕੱਟ ਦਈਏ ਤਾਂ ਬਿਰਖ ਸੁੱਕ ਜਾਂਦਾ ਹੈ। ਕਈਆਂ ਦਾ ਓਂਕਾਰ ਕੱਟ ਦਈਏ ਤਾਂ ਬਿਰਛ ਸੁੱਕ ਜਾਂਦਾ। ਤਾਂ ਜੀਵ ਦੀ ਬਿਰਛ ਦੀ ਨਿਆਏ ਪ੍ਰਾਣ ਅਪਾਨ। ਅੱਗੇ ਪ੍ਰਾਣਾਂ ਦੀ ਸੰਤਾਂ ਨੇ ਬੜੀ ਪ੍ਰਕਿਰਿਆ ਅੱਗੇ ਵਧਾਈ ਹੈ। ਅਸੀਂ ਲੰਮੀ ਪ੍ਰਕਿਰਿਆ 'ਚ ਨਹੀਂ, ਵੀ ਜੀਵ ਦੋਹਾਂ ਦੇ ਆਸਰੇ ਹੈ। ਲੋਕ ਕੀ ਕਹਿੰਦੇ ਆ? ਲੋਕ ਕਹਿੰਦੇ ਬਾਜੀ ਖਤਮ ਹੋ ਗਿਆ, ਖਬਰ ਵਿਚਾਰਾ ਕਿੱਧਰ ਗਿਆ? ਕਿਉਂ? ਸਾਹ ਨਹੀਂ ਆਉਂਦਾ। ਨਾਸਕਾਂ 'ਚ ਰੂਈ ਪਾਉਂਦੇ ਆ ਵੀ ਭਲਾ ਸਾਹ ਆਉਂਦਾ ਕਿ ਨਹੀਂ ਆਉਂਦਾ। ਤਾਂ ਇਥੋਂ ਆਏ ਵੀ ਪ੍ਰਾਣ ਵਾਯੂ ਅਪਾਨ ਵਾਯੂ ਕੀ ਰੁਕ ਜਾਣੇ ਸੇ ਜੀਵੇ ਦੇ ਵਿੱਚ ਮਰ ਜਾਂਦਾ ਕਿ ਰਹਿੰਦਾ?
ਇਹ ਪੜ੍ਹਿਆਂ ਲਿਖਿਆਂ ਦੇ ਅਧਿਕਾਰ ਦੀਆਂ ਗੱਲਾਂ ਹੈ, ਕਿਉਂਕਿ ਪੜ੍ਹੇ ਕਾਹਦੇ ਆਸਤੇ ਜੇ ਕੋਈ ਖੋਜ ਵਿਚਾਰ ਨਹੀਂ ਕਰਦੇ। ਤਾਂ ਇੱਥੋਂ ਹੈ ਵੀ ਇਹਦੇ ਪ੍ਰਮਾਣ ਲਈ ਇਹ ਪ੍ਰਮਾਣ ਹੈ ਕਿ ਮਕਈ ਦਾ ਦਾਣਾ ਔਰ ਚਨੇ ਦਾ ਦਾਣਾ ਇਹਦੇ ਵਿੱਚ ਜੀਵ ਤੇ ਬੀਜ ਹੈ ਕਿ ਨਹੀਂ। ਤਾਂ ਇਹ ਸਾਨੂੰ ਲੱਗੇਗਾ ਵੀ ਜੇ ਜੀਵ ਤੇ ਬੀਜ ਭਾਵ ਨਾ ਹੋਣ ਤਾਂ ਇਹ ਜਦੋਂ ਬੀਜਦੇ ਆ ਪ੍ਰਾਣ ਤੇ ਅਪਾਨ ਵਾਯੂ ਵਾਂਗੂ ਜੜ ਥੱਲੇ ਖੁਰਾਕ ਲੈਣ ਲਈ ਥੱਲੇ ਜਾਂਦੀ ਹੈ ਤੇ ਓਂਕਾਰ ਹੈ ਜਿਹੜਾ ਤਾਂ ਆਉਂਦਾ। ਤਾਂ ਜਦੋਂ ਇਹਦੇ ਥੱਲੇ ਜੜ ਨਹੀਂ ਨਿਕਲੀ ਸੀ ਤੇ ਓਂਕਾਰ ਤਾਂ ਨਹੀਂ ਹੋਇਆ ਸੀ, ਤਾਂ ਇਸ ਦਾਣੇ ਦੇ ਵਿੱਚ ਜੀਵ ਸੀਗਾ ਕਿ ਨਹੀਂ ਸੀਗਾ। ਜੇ ਜੀਵ ਨਾ ਹੁੰਦਾ ਤਾਂ ਫਿਰ ਥੱਲੇ ਜਦੋਂ ਬੀਜਿਆ ਸੀਗਾ ਜੜ ਨੀਚੇ ਨੂੰ ਗਈ ਓਂਕਾਰ ਤਾਂ ਨੂੰ ਗਿਆ, ਕਿੱਥੋਂ ਨਿਕਲਿਆ। ਇਹ ਜੀਵ ਸਤਾ ਸੀ ਤਾਂ ਇਹ ਓਂਕਾਰ ਹੋਇਆ। ਤੇ ਇਹ ਜਿਹੜਾ ਮਨੁੱਖ ਸਰੀਰ ਅਥਵਾ ਪਸ਼ੂ ਸਰੀਰ ਅਥਵਾ ਪੰਛੀ ਸਰੀਰ ਜਿਹੜੇ ਵਾਯੂ ਦੀ ਪ੍ਰਧਾਨਤਾ ਸੇ ਜੀਵਨ ਹੈ, ਤਾਂ ਇਹਦਾ ਜਦੋਂ ਪ੍ਰਾਣ ਵਾਯੂ ਰੁਕ ਜਾਂਦੀ ਹੈ ਤਾਂ ਇਹਨੂੰ ਆਦੇ ਵੀ ਜੀਵ ਮਰ ਗਿਆ। ਜਦੋਂ ਦਾਣੇ ਦਾ ਜੀਵ ਨਹੀਂ ਮਰਿਆ, ਨਾ ਦਾਣੇ ਦਾ ਓਂਕਾਰ ਹੈ ਨਾ ਦਾਣੇ ਦੀ ਜੜ ਹੈ, ਤੇ ਇਹਦਾ ਨਾ ਪ੍ਰਾਣ ਵਾਯੂ ਉੱਪਰ ਜਾਂਦੀ ਹੈ ਨਾ ਖਾਰਜ ਨੀਚੇ ਹੁੰਦੀ ਹੈ, ਤੇ ਇਹਨੂੰ ਸਾਰੇ ਕਹਿੰਦੇ ਮਰ ਗਿਆ। ਤੁਸੀਂ ਕਿਸ ਅਨੁਭਵ ਸੇ ਮਰ ਗਿਆ ਕਹਿੰਦੇ ਹੈ ਵੀ ਇਹ ਮਰ ਗਿਆ। ਇਹ ਮਰ ਗਿਆ, ਇਹਦੇ ਚੋਂ ਪਹਿਲਾਂ ਦਾਣਿਆਂ ਦਾ ਜੀਵ ਮਰਨਾ ਚਾਹੀਏ। ਜਦੋਂ ਦਾਣਾ ਪਿਰਥਵੀ 'ਚ ਬੋਝਦੇ ਆ ਉਹਦੀਆਂ ਦੋਨੋਂ ਕਲਾਂ ਸਾਹਮਣੇ ਹੋ ਜਾਂਦੀਆਂ ਕਿ ਜੜ ਵੀ ਨਿਕਲ ਆਉਂਦੀ ਹੈ ਓਂਕਾਰ ਵੀ ਨਿਕਲ ਆਉਂਦਾ। ਤਾਂ ਸੀਗਾ ਜੜ ਔਰ ਓਂਕਾਰ ਨਿਕਲਣ ਤੋਂ ਬਗੈਰ ਵੀ ਦਾਣੇ ਦੇ ਵਿੱਚ ਜੀਵ ਭਾਵ ਜਿਉਂ ਕਾ ਤਿਉਂ ਹੈ। ਇਹਦੇ ਪ੍ਰਾਣ ਨਾ ਚੱਲਣ, ਅਪਾਨ ਵਾਯੂ ਨਾ ਸਫੁਰੇ, ਤਾਂ ਵੀ ਇਹਦੇ ਵਿੱਚ ਜੀਵ ਜਿਉਂ ਕਾ ਤਿਉਂ ਰਹਿੰਦਾ। ਤੇ ਤੁਸੀਂ ਜਿਹਦੇ ਕਰਦੇ ਆ ਪਾਠ ਲੋਕਾਂ ਨੂੰ ਧੋਖਾ ਦੇ ਰਹੇ ਜੀ, ਗੁਰੂ ਚਰਨਾਂ 'ਚ ਚਲਿਆ ਗਿਆ। ਕਿਵੇਂ ਚਲਿਆ ਗਿਆ? ਜੀਵ ਤਾਂ ਦਾਣਾ ਛੱਡ ਕੇ ਨਹੀਂ ਜਾਂਦਾ। ਤੇ ਐਸ ਦੇਹ ਦੇ ਵਿੱਚ ਜਿਹਨੇ ਐਂਛਾਂ ਲੁੱਟੀਆਂ, ਇਹ ਕਿਹੜੇ ਕਿੱਧਰ ਚਲਿਆ ਗਿਆ? ਇਹ ਹੈ ਵੀ ਪੜ੍ਹਿਆ ਲਿਖਿਆ ਨੂੰ ਇਹਦੀ ਖੋਜਣ ਦੀ ਲੋੜ ਹੈ। ਵੀ ਪੜ੍ਹੇ ਲਿਖਿਓ ਵਿਚਾਰੋ, ਤੁਸੀਂ ਵੀ ਬੰਧਨਾ ਚ ਅਨਪੜ੍ਹ ਤਾਂ ਵਿਚਾਰੇ ਸਾਊ ਹੈ। ਜਿਵੇਂ ਕਿਸੇ ਨੇ ਕਹਿਤਾ ਉਵੇਂ ਮੰਗਰ ਬੋਲ ਜਾਂਦੇ, ਲੱਗ ਜਾਂਦੇ। ਅਸੀਂ ਇੱਕ ਗਏ, ਉਹ ਯਾਦ ਆ ਗਈ ਬਾਤ, ਉਹ ਮੈਂ ਨਾਂ ਤਾਂ ਨਹੀਂ ਲੈਂਦਾ, ਉਹ ਲੈਣ ਨੂੰ ਵੀ ਕੋਈ ਆਪੱਤੀ ਨਹੀਂ, ਪਰ ਅਸੀਂ ਉੱਥੇ ਚਲੇ ਗਏ। ਉਹ ਸਾਡੇ ਸੱਜਣ ਸੀ ਤੇ ਉਹਨਾਂ ਦੇ 4-5 ਸੰਤ ਬੈਠੇ, ਘੇਰੂਏ ਲੀੜੇ ਪਾਏ, ਤੇ ਸਾਨੂੰ ਭੱਜ ਕੇ ਗੱਲਾਂ ਸੁਣਾਉਣ। ਕਿਉਂਕਿ ਉਹਨਾਂ ਨੂੰ ਇਹ ਸੀ ਵੀ ਸੰਤ ਉਹ ਹੁੰਦਾ ਜਿਹਦੇ ਬਦਾਮੀ ਲੀੜੇ ਹੋਣ ਤੇ ਕੋਈ ਨਾ ਕੋਈ ਖਾਸ ਭੇਸ ਭੂਸ਼ਾ ਹੋਵੇ। ਤੇ ਅਸੀਂ ਉਹਨਾਂ ਸੰਤਾਂ ਦੇ ਸਾਨੂੰ ਭੱਜ ਕੇ ਸੁਣਾਉਣ। ਉਹ ਮੈਂ ਆਖਿਆ ਸੰਤ ਜੀ ਅਸੀਂ ਤੁਹਾਨੂੰ ਕਿਹਾ ਵੀ ਸੁਣਾਓ, ਜਿਹੜਾ ਬਿਨਾ ਅਗਲੇ ਦੀ ਇੱਛਾ ਤੋਂ ਔਰ ਬਿਨਾ ਅਗਲੇ ਦੀ ਚਾਹ ਤੋਂ ਕਿਸੇ ਨੂੰ ਕੋਈ ਲਫਾਜ਼ ਪਰਮਾਰਥ ਦਾ ਸੁਣਾਉਣਾ, ਆ ਤਾਂ ਸੁਣਾਉਣਗੇ ਵੀ ਗੋਭੀ ਲੈ ਲਓ, ਬਤਾਓ, ਗੰਢੇ, ਪਿਆਜ਼ ਹੈ, ਇਹ ਤਾਂ ਆਵਾਜ਼ ਦੇਣਗੇ। ਜਿਵੇਂ ਇਹਦੀਆਂ ਆਵਾਜ਼ਾਂ ਦਿੰਨੇ ਆ ਤੇ ਕਿਸੇ ਦੀ ਬਣ ਜਾਂਦੀ ਵੀ ਲੈ ਲਓ ਯਾਰ, ਆਵਾਜ਼ ਆ ਦਿੰਦਾ ਆਲੂ ਲੈ ਲਓ। ਇਹ ਗੁਰਬਾਣੀ, ਇਹ ਸ਼ਾਸਤਰ ਵਿਦਾਂਤ ਬਾਣੀ, ਇਹ ਸੰਤਾਂ ਦੀ ਬਾਣੀ। ਆਲੂ ਗੰਢੇ ਪਿਆਜ਼ ਨਹੀਂਗੇ,
ਵੀ ਦੇ ਦਿਓ ਹੋਕਾ, ਕੋਈ ਤਾਂ ਉੱਠੂਗਾ। ਇਹ ਉਹਦੇ ਵਾਸਤੇ ਹੈ ਕਿ ਜਿਹਨੂੰ ਜਗਿਆਸਾ ਹੈ, ਜਾਣਨ ਦੀ ਚਾਹ ਜਾਗੀ ਹੈ। ਆ ਹੁਣ ਗੁਰਦੁਆਰਿਆਂ 'ਚ ਲਾਊਡ ਸਪੀਕਰ ਲਾਏ, ਆਈ ਤਾਂ ਲੰਘਦੇ ਵੀ ਤੁਹਾਨੂੰ ਕਿਹਨੇ ਕਿਹਾ ਵੀ ਮੈਨੂੰ ਬਾਣੀ ਸੁਣਾਓ। ਓਏ ਐਡੀ ਹਲਕੀ ਪੁਲਕੀ ਬਣਾਤੀ ਤੁਸੀਂ, ਮੱਲੋ ਮੱਲੀ ਲਾਊਡ ਸਪੀਕਰਾਂ 'ਚ ਸੁਣਾਉਣੇ ਆ। ਬਿਨਾਂ ਵੇਖੋ ਮੁੰਡੇ ਕੁੜੀਆਂ ਕਿਸੇ ਨਾਲ ਜ਼ਬਰਦਸਤੀ ਹੋ ਜੇ ਤਾਂ ਉਹਦੇ ਤੇ ਮੁਕੱਦਮਾ ਦਰਜ ਹੁੰਦਾ ਹੈ ਵੀ ਫਲਾਣੇ ਨੇ ਫਲਾਣਾ ਬਲਾਤਕਾਰ ਕੀਤਾ। ਇਹ ਵੀ ਬਲਾਤਕਾਰ ਦੇ ਬਰਾਬਰ ਹੈ ਕਿ ਅੰਮ੍ਰਿਤ ਬਾਣੀ ਨੂੰ ਮੱਲੋ ਮੱਲੀ ਸੁਣਾ ਰਹੇ ਆ। ਯਾਰ ਤੁਸੀਂ ਕੀ ਕਰ ਰਹੇ ਆ? ਤੁਹਾਨੂੰ ਮੰਗੀ ਕਿਸੇ ਨੇ? ਇਸੇ ਕਰਕੇ ਇਹਦੀ ਕਦਰ ਘਟਾਤੀ ਕਿ ਮੱਲੋ ਮੱਲੀ ਸੁਣਾਉਣ ਲੱਗੇ। ਆਓ ਤੁਹਾਨੂੰ ਗਿਆਨ ਦੀਏ। तो स्वामी जी की एक वार्ता आई है और अनुभव में आउंदी है। प्राचीन काला में युगा में समया में ਜਿਹੜੇ ਤत्व ਗਿਆਨੀ ਪੁਰਸ਼ ਸੀ ਉਹ ਨਿਆਰੇ ਰਹਿੰਦੇ, ਜਾਂ ਤਾਂ ਜਿੱਥੇ ਉਹਨਾਂ ਨੂੰ ਪਾਣੀ ਦੀ ਸੁਵਿਧਾ ਸੀ ਉਸ ਨਦੀ ਤਟ ਪਰ ਰਹਿੰਦੇ, ਜਾਂ ਕਹੀਂ ਪਰਬਤਾਂ ਪਰ ਤੇ ਰਹਿੰਦੇ ਇਕਾਂਤ में। ਤੇ ਜਿਨ੍ਹਾਂ ਨੂੰ ਉਹਨਾਂ ਦੀ ਮਹਿਮਾ ਦਾ ਪਤਾ ਲੱਗਦਾ ਉਹ ਜਗਿਆਸਾ ਧਾਰ ਕੇ ਚੱਲ ਕੇ ਉੱਥੇ ਜਾਂਦੇ ਵੀ ਹੇ ਪ੍ਰਭੂ, ਮੈਂ ਤत्व ਗਿਆਨ ਬਾਰੇ ਜਾਣਨਾ ਚਾਹਣਾ ਹੈ ਕਿ ਸਤ ਕੀ ਹੈ ਤੇ ਮਿਥਿਆ ਕੀ ਹੈ। ਮਿਥਿਆ ਦਾ ਕੀ ਸਰੂਪ ਹੈ, ਅਭਾਵ ਦਾ ਕੀ ਸਰੂਪ ਹੈ, ਉਹ ਸੰਤ ਲੋਕ ਉਹਦੀ ਜਿਗਿਆਸਾ ਵੇਖ ਕੇ ਉਹਨੂੰ ਉਪਦੇਸ਼ ਕਰਦੇ। ਤत्व ਗਿਆਨ ਦਾ ਉਪਦੇਸ਼ ਤਾਂ ਕਰਦੇ ਉਹਦੀ ਜਿਗਿਆਸਾ ਵੇਖ ਕੇ ਵੀ ਇਹ ਜਾਣਨਾ ਚਾਹੁੰਦਾ ਹੈ। ਤੇ ਗੁਰਬਾਣੀ ਵੀ ਤत्व ਗਿਆਨ ਹੈ, वेदांत भी तत्व ज्ञान है, गीता भागवत भी तत्व ज्ञान है। इथों लो भी ये तत्व ज्ञान है जेड़ा इनू लई जेड़े कुछ नहीं जानते सी ये फिर जानन लई अपने चेले बनाउण लई नगरां नूं तुर पे, शहरां नूं। उत्थे जाके भी इत्थे धर्मशाला बना दिओ, इत्थे मंदिर बना दिओ। ये अनपढ़ा ने, अनजाना ने, जिन्हां दे पल्ले कुछ नहीं सी, इन्हां ने उपदेश दे दे के ये मंदिर गुरुद्वारे बनवाए है। तत्व ज्ञानी क्यों बनाउंदे सी? वो कहंदे सी जिहनूं जिग्यासा होई आपे आएगा। प्यासा खूह दे कोले जांदा है ते सुक्के खूह आ जेड़े भज्जे फिरदे भी आ जाओ जी ले लो ज्ञान, आ जाओ जी ले लो ज्ञान, मैं ज्ञान देण आया। पहला परचे वंडदे आ, फिर मनियादी कराउंदे आ, इश्तिहारां च दिंदे आ भी अमकी तरीक नूं जलंधर दे विच अमके संत फलानी पार्टी दे आ रहे आ, वो ब्रह्म ज्ञान देणगे। ये सारे बलात्कार है। तुहानूं किहने आखिया भी ब्रह्म ज्ञान? पहला उहदी जिग्यासा वेखो भी जागृत की है जी, तैनूं ब्रह्म दा ज्ञान देवांगे। कर्म इंद्रिय दे पिछे कौन है? जागृत दे ज्ञान करन वाले नूं की रूप रेखा है? जिवें बेटी है, पहला छोटी जी नूं बच्ची कहने, फिर लड़की कहने, ओही बेटी नूं बहू कहण लग जाने। कोई परिवर्तन क्यों आया? कोई उहदी गतिविधियां दा फर्क है। भी जिवें लड़की दी गतिविधियां दा फर्क है, उहदे नाम बदलते गए। तां इसे तरह वेखो कि जिहड़ा ज्ञान जागृत दे विच है, इस ज्ञान दा नाम की पैंदा? सुपन वाले ज्ञान का कौन प्रकाशक है? निंद्रा वाले ज्ञान का कौन प्रकाशक है? ये जान ला, फिर तत्व ज्ञान संतां कोले आ जी, तैनूं फिर वो तत्व ज्ञान बारे भी दस देणगे।
ਇਹਨੂੰ ਐਡਾ ਹਲਕਾ ਫੁਲਕਾ ਲੋਕਾਂ ਨੇ ਬਣਾਤਾ ਕਿ ਚੱਲ ਪਏ ਡਫੜੀ ਲੈ ਕੇ, ਜਿਵੇਂ ਮਦਾਰੀ ਖੇਡਾਂ ਪਾਉਣ ਲਈ ਚੱਲਦਾ। ਇਹ ਮਦਾਰੀ ਪਹਿਲਾਂ ਢੋਲ ਵਜਾਉਂਦਾ, ਫਿਰ ਉਹ ਇਕੱਠੇ ਹੁੰਦੇ ਆ, ਫਿਰ ਉਹ ਜਾਲ ਜਾ ਕੱਢ ਕੇ ਕਿਸੇ ਉਸੇ ਮੁੰਡਿਆਂ ਨੂੰ ਵਿੱਚ ਬਹਾ ਦਿੰਦਾ, ਲਓ ਜੀ ਇਹ ਜਾਲ ਚੋਂ ਬਾਹਰ ਨਿਕਲੋਗਾ ਰੁਝਾਲੇ। ਇਹ ਬਾਣੀਆਂ ਗੀਤਾ, ਭਾਗਵਤ, ਗੁਰੂ ਗ੍ਰੰਥ ਸਾਹਿਬ ਅਥਵਾ ਤਤਵ ਗਿਆਨ ਦਾ ਪ੍ਰਤਿਪਾਦਕ ਬ੍ਰਹਮ ਵਿਦਿਆ ਦਾ ਭੰਡਾਰ ਵੇਦਾਂਤ, ਇਹ ਮਦਾਰੀ ਦੇ ਖੇਲ ਨਹੀਂਗੇ। ਇਹ ਉਹ ਆ ਮਦਾਰੀ ਤਾਂ ਜਾਲ ਚੋਂ ਐਵੇਂ ਝੂਠੀ ਮੂਠੀ ਕੱਢ ਦਿੰਦਾ, ਤੇ ਜਿਹੜੇ ਜਾਲ 'ਚ ਸੰਸਾਰ ਫਸਿਆ ਇਹ ਮਦਾਰੀ ਦਾ ਜਾਲ ਨਹੀਂਗਾ ਕਿ ਵੀ ਜਿਹੜਾ ਕਿਹੜਾ ਇਹਦੇ ਚੋਂ ਕੱਢ ਦੇਗਾ ਤੇ ਜਿਹੜਾ ਕਿਹੜਾ ਆਪਣੀ ਮਰਜ਼ੀ ਨਾਲ ਨਿਕਲ ਜੇਗਾ। ਨਿਕਲ ਕੇ ਵਿਖਾਓ ਖਾਂ, ਇਹ ਦੇਹ ਚੋਂ ਹੀ ਛੋਟੀ ਜਿਹੀ ਚੋਂ ਨਿਕਲ ਕੇ ਵਿਖਾ। ਇਹ ਕਿਉਂ ਮਲ ਮੂਤਰ ਚੱਕਿਆ ਪਾਸੇ ਹੋ ਜਾ, ਤਾਂ ਇਹ ਕਹੇਗਾ ਯਾਰ ਜ਼ੋਰ ਤਾਂ ਲਾਉਣੇ, ਨਿਕਲਿਆ ਹੀ ਨਹੀਂ ਜਾਂਦਾ ਇਹਦੇ ਚੋਂ, ਤੇ ਵੜ ਕੇ ਵਿਖਾ। ਤੂੰ ਨਾ ਦੇਹ ਚ ਵੜ ਸਕਦਾ ਨਾ ਨਿਕਲ ਸਕਦਾ, ਤੇ ਜਿਸ ਦੇ ਵਿੱਚ ਕੋਟ ਕੋਟ ਪਿੰਡੋ ਬ੍ਰਹਮੰਡੋ ਬਰਮੇ ਵਿਸ਼ਨੂੰ ਮਹੇਸ਼ ਐ ਕਣਾ ਵਾਂਗੂ ਉੱਡ ਰਹੇ ਆ ਦੇਵੀ ਦੇਵਤੇ, ਉਹ ਜਿਹੜਾ ਵਿਰਾਟ ਦੇ ਅੰਤਰਗਤ ਚੋਂ ਤੂੰ ਨਿਕਲ ਜਾਏਗਾ ਤਾਂ ਵਿਰਾਟ ਆ ਜਿਹੜਾ, ਵਿਰਾਟ ਤਾਂ ਆਤਮਾ ਦਾ, ਬ੍ਰਹਮ ਦਾ, ਪਰਮਾਤਮਾ ਦਾ ਪਹਿਲਾ ਚਰਨ ਹੈ। ਇਹ ਪਹਿਲਾ ਪਾਦ ਹੈ, ਪਹਿਲੇ ਪਾਦ ਹੇਠ ਦੱਬਿਆ ਤੂੰ ਨਿਕਲ ਨਹੀਂ ਸਕਦਾ, ਤੇ ਗੱਲਾਂ ਸੁਣਾਉਣਾ ਬ੍ਰਹਮ ਗਿਆਨ ਦੀਆਂ। ਇਹ ਹੋਏਗਾ ਨਹੀਂ, ਅਧਿਕਾਰ ਹੈ ਸਭ ਨੂੰ, ਪਰ ਅਧਿਕਾਰ ਵੀ ਇਹ ਹੈ ਕਿ ਪੌੜੀ ਦੇ 10 ਡੰਡੇ ਆ, ਤੇ ਕੋਠੇ ਤੇ ਚੜਨ ਦਾ ਅਧਿਕਾਰ ਹੈ, ਪਰ ਉਹੀ ਚੜੂਗਾ ਜਿਹੜਾ ਪਹਿਲੇ ਤੇ ਦੂਜੇ ਤੇ ਤੀਜੇ ਤੇ ਆਊਗਾ। ਜਿਹਨੇ ਛਾਲ ਮਾਰ ਕੇ ਵੀ 3-4 ਡੰਡੇ ਛੱਡ ਕੇ ਲਪਟ ਜਾਂਦੇ ਆ, ਉਹ ਲਿਪਟਿਆ ਹੀ ਰਹਿ ਜਾਏਗਾ, ਨਾ ਤਾਂ ਚੜ ਸਕੇਗਾ ਨਾ ਥਾਂ ਡਿੱਗ ਸਕੇਗਾ। ਇਹ ਵਿਚਾਰੋ ਵੀ ਐਂ ਕਹਿਤਾ, ਹਾਂ ਸੁਣ ਕੇ ਆਏ ਆ ਸਤਸੰਗ। ਕੀ ਸੁਣਿਆ ਸਤਸੰਗ ਦਾ? ਸੁਣਿਆ ਤਾਂ ਹੈਗਾ, ਜਾਣਿਆ? ਵੇਦਾਂਤ ਕਹਿੰਦਾ ਸਰਵਣ ਮੰਨਣ ਨਿਧਿਆਸਨ ਤਤ ਪਦਾਰਥ ਤੇ ਤੂੰ ਪਦਾਰਥ ਦਾ ਸੋਧਨ ਕਰੋ। ਬੜੀ ਉੱਚੀ ਸੰਤਾਂ ਦੀ ਬਾਤ ਹੈ। ਲੋਕਾਂ ਦੀਆਂ ਗੱਲਾਂ ਸੁਣਾ ਕੇ, ਜੇ ਰਵਿਦਾਸ ਜੀ ਨੇ ਵੇਖੋ ਆਖਿਆ ਗੰਗਾ ਹੱਥ ਕੱਢ ਕੇ ਕੰਗਣ ਲਵੇ, ਉਹ ਰਵਿਦਾਸ ਜੀ ਦਾ ਕੰਗਣਾ ਨਾਲ ਤੇ ਹੱਥ ਕੱਢਣ ਨਾਲ ਕੀ ਵਾਸਤਾ? ਇਹ ਜੋੜਤੀਆਂ ਕਹਾਣੀਆਂ, ਕਿਉਂਕਿ ਜਿਹੜੇ ਰਵਿਦਾਸ ਨੂੰ ਨਹੀਂ ਜਾਣਦੇ, ਜਿਹੜੇ ਨਾਨਕ ਨੂੰ ਨਹੀਂ ਜਾਣਦੇ, ਉਹਨਾਂ ਨੇ ਜੋੜਤੀਆਂ। ਤਾਂ ਇੱਕ ਸਾਡੇ ਨਾਲ ਇੱਕ ਗੱਲ ਕਰਨ ਲੱਗਾ, ਆਖੇ ਜੀ ਨਾਨਕ ਜੀ ਜਦੋਂ ਗਏ ਆ ਰੀਠੇ ਦੇ ਦਰਖਤ ਹੇਠ ਬੈਠੇ, ਤੇ ਰੀਠੇ ਦੇ ਦਰਖਤ ਹੇਠ ਜਿਹੜੇ ਪਾਸੇ ਨਾਨਕ ਜੀ ਬੈਠੇ ਉਧਰਲੇ ਡਾਣੇ ਦੇ ਰੀਠੇ ਤਾਂ ਮਿੱਠੇ ਹੋ ਗਏ, ਤੇ ਬਾਕੀ ਸਾਰੇ ਦਰਖਤ ਦੇ ਰੀਠੇ ਸੀ ਜਿਹੜੇ ਲੱਗੇ ਉਹ ਕੌੜੇ ਰਹਿ ਗਏ। ਤਾਂ ਸਾਡੇ ਨਾਲ ਸੀ ਇੱਕ ਸਾਥੀ, ਉਹ ਦਵਾ ਦਵ ਬੋਲ ਪਿਆ, ਫਿਰ ਆਦਾ ਨਾਨਕ ਦੀ ਤਾਕਤ ਅਧੂਰੀ ਸੀ ਕਿ ਸਾਰਾ ਦਰਖਤ ਦੇਖ ਕੇ ਉਹਨਾਂ ਮਿੱਠੇ ਹੋਏ। ਜਦੋਂ ਦਰਖਤ ਹੇਠ ਹੀ ਜਾ ਬੈਠਾ ਤੇ ਇੱਕ ਡਾਣੇ ਜੋਗੀ ਤਾਕਤ ਸੀ ਉਹਦੇ ਚ ਮਿੱਠੇ ਕਰਨ ਦੀ, ਤੇ ਇਧਰਲੇ ਕੌੜੇ ਰਹਿ ਗਏ। ਇਹ ਜਿਨ੍ਹਾਂ ਦੇ ਪੱਲੇ ਕੁਛ ਨੇ, ਉਹਨਾਂ ਨੇ ਕਹਾਣੀਆਂ ਜੋੜੀਆਂ। ਇਹ ਲੋਕ ਕਹਾਣੀਆਂ ਨੂੰ ਸੁਣ ਕੇ, ਅਨਪੜ੍ਹ ਲੋਕ ਕਹਾਣੀ ਸੁਣ ਕੇ ਹੀ ਖੁਸ਼ ਹੈ, ਪਰ ਜਿਹੜੇ ਪੜ੍ਹੇ ਲਿਖੇ ਆ ਉਹ ਵੀ ਕਹਾਣੀਆਂ ਮੰਗਰ ਹੀ ਲੱਗੇ ਆ ਚਰਚ ਵੀ। ਫਿਰ ਤੁਹਾਨੂੰ ਪੜ੍ਹਨ ਦਾ ਕੀ ਫਾਇਦਾ? ਕਈ ਐਸੇ ਪੜ੍ਹੇ ਲਿਖੇ ਵਿਖਾਉਣੇ ਕਿ ਟੀਵੀ ਹੈ। ਪਹਿਲੀ ਤੋਂ ਬਾਤ ਹੈ ਕਿ ਟੀਵੀ ਇੱਕ ਜੜ ਤੱਤ ਹੈ, ਤੇ ਟੀਵੀ ਦੇ ਵਿੱਚ ਜਿਹੜੀਆਂ ਫੋਟੋ ਭਾਸਦੀਆਂ
ਟੀਵੀ ਦੇ ਵਿੱਚ ਜਿਹੜਾ ਕੀਰਤਨ ਭਾਸਦਾ ਹੈ, ਜਿਹੜਾ ਟੀਵੀ ਦੇ ਵਿੱਚ ਦੀਦਾ ਗ੍ਰੰਥ ਸਾਹਿਬ ਵੀ ਦੀਦਾ ਤੇ ਤਬਲਾ ਵੀ ਦੀਦਾ, ਉਹ ਤਬਲੇ ਸੱਚੇ ਆ, ਉਹ ਅਸਥਾਨ ਸੱਚਾ ਜਿਹੜਾ ਟੀਵੀ 'ਚ ਦੀਦਾ। ਤੇ ਜਦੋਂ ਉਹ ਉੱਠਦੇ ਆ, ਉਹਦੀ ਫੋਟੋ ਸ਼ਕਲ ਆਉਂਦੀ ਹੈ ਤੇ ਆਪਦੇ ਘਰੇ ਉੱਠ ਕੇ ਤੇ ਖੜ ਜਾਂਦੇ ਟੂਠਾ ਕਰ। ਕਿਹਦੇ ਮੂਹਰੇ? ਤੇਰੇ ਮੂਹਰੇ ਹੈ ਇਹ ਗ੍ਰੰਥ ਸਾਹਿਬ ਆ ਜਿਹੜਾ ਟੀਵੀ 'ਚ ਦੀਦਾ। ਪਹਿਲੇ ਉਹ ਪਛਾਣੋ ਸਹੀ ਕਿਹਨੂੰ ਆਨੇ ਆ। ਵੀ ਤੁਹਾਨੂੰ ਪੜ੍ਹਿਆ ਲਿਖਿਆਂ ਦਾ ਕੀ ਫਾਇਦਾ, ਵੀ ਤੁਸੀਂ ਉਲਝੇ ਆ ਤੇ ਤੁਹਾਨੂੰ ਵੇਖ ਕੇ ਜਿਹੜੇ ਅਨਪੜ੍ਹ ਹੈ ਉਹ ਵੀ ਉਲਝ ਰਹੇ ਆ। ਵੀ ਵਿਚਾਰੋ, ਜਿਹੜੇ ਅਨਪੜ੍ਹ ਲੋਕ ਹੈ ਇਹ ਬੋਲਣਗੇ ਵੀ ਖੁਦ ਵਿੱਚ ਖੜੇ ਹੋਏ ਤੇ ਉਹਨੂੰ ਪਰਿਚਾ ਆਪਣਾ ਦਿੰਦੇ ਆ ਵੀ ਉਹ ਮੈਂ ਖੜਾ ਜੀ ਵਿਚਾਲੇ, ਆਓ ਇੱਧਰ ਹਰੀ ਸਿੰਘ ਖੜਾ, ਆਓ ਉਧਰ ਫਲਾਨਾ ਖੜਾ, ਉਧਰ ਰਵਿਦਾਸ ਆ ਖੜਾ। ਇਹ ਆ ਜਿਹੜੇ ਬੈਠੇ ਐ ਇਹਨਾਂ ਨੂੰ ਤਾਂ ਰਵਿਦਾਸ ਹਰੀ ਸਿੰਘ ਮੰਨਦਾ ਨਹੀਂ। ਜਿਹੜਾ ਕਾਗਜ਼ ਦੀ ਫੋਟੋ ਤੇ ਬਣਿਆ ਉਹਨੂੰ ਪਰਿਚਾ ਦਿੰਦਾ, ਉਹ ਮੈਂ ਖੜਾ, ਉਹ ਮੈਂ ਬੈਠਾ, ਉਹ ਮੈਂ ਖੜਾ ਉੱਥੇ ਚੌਰ ਕਰੀ ਜਾਂਦਾ। ਓਏ ਪਹਿਲਿਆ ਤੂੰ ਇਹ ਜਿਹੜਾ ਵੇਖ ਰਿਹਾ ਕਿ ਤੂੰ ਉਹ ਹੈ ਜਿਹੜਾ ਕਾਗਜ਼ ਤੇ ਦਿਸ ਰਿਹਾ। ਇਹ ਕਾਗਜ਼ ਤੇ ਦਿਸਣ ਵਾਲੇ ਨੂੰ ਵੀ ਮੈਂ ਮੰਨੀ ਬੈਠਾ, ਸੀਸੇ 'ਚ ਦਿਸਣ ਵਾਲੇ ਨੂੰ ਵੀ ਮੈਂ ਮੰਨੀ ਬੈਠਾ। ਤੇ ਇਹ ਹੀ ਅਨਪੜ੍ਹ ਨੇ ਮੰਨਿਆ ਤੇ ਇਹ ਹੀ ਪੜ੍ਹੇ ਲਿਖੇ ਨੇ ਮੰਨਿਆ, ਤਾਂ ਫਿਰ ਤੁਹਾਡਾ ਫਰਕ ਕੀ ਹੈ? ਅਕਸਰ ਤੁਸੀਂ ਪੜ੍ਹੇ ਹੈ ਕੋਈ ਫਿਲਾਸਫੀ ਦਾ ਸਿਧਾਂਤ ਹੈ ਜਿਹੜਾ ਇਹਨੂੰ ਵਿਚਾਰੋ ਖੋਜੋ ਤਾਂ ਇਹ ਨਿਕਲੇਗਾ ਖੋਜਿਆ ਕਿਸੇ ਨੇ ਨਹੀਂ ਤੇ ਮਗਰ ਨਹੀਂ ਲੱਗੇ। ਮਗਰ ਤਾਂ ਅਨਪੜ੍ਹ ਲੱਗਦਾ। ਮਾਈਆਂ ਬੀਬੀਆਂ ਪੁਰਾਣੀਆਂ ਜਿਹੜੀਆਂ ਉਹ ਬੋਲਦੀਆਂ ਭਾਈਆ ਬਸ ਕਿੱਧਰ ਨੂੰ ਜਾਊ, ਆ ਲੁਧਿਆਣੇ ਨੂੰ ਜਾਊ, ਕਿਸੇ ਨੇ ਐਂ ਹੱਥ ਕਰਤਾ। ਉਹ ਵਿਚਾਰੀਆਂ ਭਟਕਦੀਆਂ। ਕਿਉਂ ਭਟਕਦੀਆਂ? ਕਿ ਉਹ ਪੜ੍ਹੀਆਂ ਨੇ, ਪੁੱਛਦੀਆਂ ਜਿਵੇਂ ਕਿਸੇ ਨੇ ਦੱਸਤਾ ਭੱਜ ਕੇ ਉਧਰ ਨੂੰ ਹੁੰਦੀਆਂ। ਉਹ ਝਿੜਕ ਦਿੰਦੇ ਨਹੀਂ ਉਤਰੇ ਨਹੀਂ ਜਾਣੀ। ਤੇ ਜਿਹੜੇ ਅਨਪੜ੍ਹ ਇਹ ਤਾਂ ਐ ਭਟਕਦੇ ਹੀ ਐ। ਉਹ ਆ ਤੈਨੂੰ ਉੱਥੇ